हाँ जी स्टूडेंट्स, ਜਿਹੜਾ ਆਪਾਂ ਟੌਪਿਕ ਬੇਟਾ ਡਿਸਕਸ ਕਰ ਰਹੇ ਸੀ ਉਹ ਹੈ ਮੈਥਡਸ ਆਫ ਐਕਸਪੈਂਡਿੰਗ ਸੋਲ ਟ੍ਰੇਡ ਬਿਜ਼ਨਸ। ਇਹਦੇ ਵਿੱਚ ਅੱਗੇ ਫਰਦਰ 2 ਪੁਆਇੰਟਸ ਸੀਗੇ, ਐਡਮਿਟਿੰਗ ਅ ਪਾਰਟਨਰ, ਅਪੋਇੰਟਿੰਗ ਅ ਸਰਵੈਂਟ। ਐਡਮਿਟਿੰਗ ਅ ਪਾਰਟਨਰ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਜਿਹੜਾ ਅੱਜ ਆਪਾਂ ਡਿਸਕਸ ਕਰਨਾ ਉਹ ਪੁਆਇੰਟ ਹੈ ਅਪੋਇੰਟਿੰਗ ਅ ਸਰਵੈਂਟ। ਸਰਵੈਂਟ ਕੌਣ ਹੁੰਦਾ? ਇੱਕ ਇੰਪਲੋਈ, ਇੱਕ ਵਰਕਰ, ਜਾਂ ਜਿਹਨੂੰ ਆਪਾਂ ਨੌਕਰ ਵੀ ਕਹਿ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਕਿ ਬਿਜ਼ਨਸ ਨੂੰ ਇੱਕ ਨੌਕਰ ਦੀ ਹੈਲਪ ਦੇ ਨਾਲ ਆਪਾਂ ਕਿਵੇਂ ਐਕਸਪੈਂਡ ਕਰ ਸਕਦੇ ਹਾਂ। ਦ ਬਿਜ਼ਨਸ ਇਨ ਸੋਲ ਪ੍ਰੋਪਰਾਈਟਰਸ਼ਿਪ ਕੈਨ ਬੀ ਐਕਸਪੈਂਡਡ ਬਾਈ ਅਪੋਇੰਟਿੰਗ ਅ ਸਰਵੈਂਟ। ਅਸੀਂ ਜਿਹੜਾ ਸੋਲ ਪ੍ਰੋਪਰਾਈਟਰ ਬਿਜ਼ਨਸ ਆ ਉਸਨੂੰ ਵਧਾ ਸਕਦੇ ਹਾਂ ਕਿਵੇਂ? ਇੱਕ ਸਰਵੈਂਟ ਨੂੰ ਅਪੋਇੰਟ ਕਰਕੇ, ਮਤਲਬ ਇੱਕ ਕੰਮ ਵਾਲੇ ਪਰਸਨ ਨੂੰ ਰੱਖ ਕੇ। ਹੂ ਵਿਲ ਹੈਲਪ ਦਾ ਪ੍ਰੋਪਰਾਈਟਰ ਇਨ ਮੈਨੇਜਿੰਗ ਐਂਡ ਕੰਟਰੋਲਿੰਗ ਦਾ ਬਿਜ਼ਨਸ ਪ੍ਰੋਪਰਲੀ। ਜਿਹੜਾ ਕਿ ਪ੍ਰੋਪਰਾਈਟਰ ਦੀ, ਟਰੇਡਰ ਦੀ ਹੈਲਪ ਕਰੂਗਾ ਬਿਜ਼ਨਸ ਨੂੰ ਮੈਨੇਜ ਕਰਨ ਦੇ ਵਿੱਚ ਅਤੇ ਉਹਨੂੰ ਕੰਟਰੋਲ ਕਰਨ ਦੇ ਵਿੱਚ। ਹੀ ਵਿਲ ਆਲਸੋ ਰਿਡਿਊਸ ਦਾ ਬਰਡਨ ਆਫ ਦਾ ਪ੍ਰੋਪਰਾਈਟਰ। ਜਿਹੜਾ ਪ੍ਰੋਪਰਾਈਟਰ ਆ ਉਹਦਾ ਕੰਮ ਦਾ ਜਿਹੜਾ ਬਰਡਨ ਆ, ਬੋਝ ਆ, ਉਹ ਵੀ ਘਟੂਗਾ। ਔਨ ਦਾ ਅਦਰ ਹੈਂਡ ਅ ਸੋਲ ਟਰੇਡਰ ਕੈਨ ਇੰਪਲੋਏ ਅ ਸਰਵੈਂਟ for his help but all the decisions are taken by the owner himself। देखो एक सोल ट्रेडर आ वो आपकी हैल्प के लिए एक सर्वेंट रख सकता बट सारे डिसीजनस उन्हें खुद ही लेने होंगे। दिस ऑल्टरनेटिव हैज़ बोथ एडवांटेजिस एंड डिसएडवांटेजिस। सो जो ये तरीका वा ये दोनों चीज़ा ने, ये एडवांटेजिस भी ने कुछ तो कुछ ये डिसएडवांटेजिस भी ने। फस्ट ऑफ ऑल आप एडवांटेजिस डिस्कस करांगे। फस्ट वन इज़ नो शेयरिंग ऑफ प्रॉफिट। द प्रोपराइटर इज़ रिक्वायर्ड टू पे अ सैलरी टू द सर्वेंट एंड ऑल द रिमेनिंग प्रॉफिट्स बिलोंग टू द प्रोपराइटर हिमसैल्फ। ਇਹਦੇ 'ਚ ਇਹ ਦੱਸਿਆ ਗਿਆ ਕਿ ਜੇ ਅਸੀਂ ਇੱਕ ਸਰਵੈਂਟ ਨੂੰ ਕੰਮ 'ਤੇ ਰੱਖ ਲੈਂਦੇ ਹਾਂ ਆਪਦੇ ਬਿਜ਼ਨਸ ਦੀ ਹੈਲਪ ਦੇ ਲਈ ਤਾਂ ਅਸੀਂ ਸਿਰਫ ਉਹਨੂੰ ਸੈਲਰੀ ਦੇਵਾਂਗੇ, ਠੀਕ ਆ, ਅਤੇ ਬਾਕੀ ਜਿਹੜਾ ਵਾਧੂ ਬਚਦਾ ਸਾਡਾ ਪ੍ਰੋਫਿਟ ਆ ਉਹ ਸਾਡਾ ਆਪਦਾ ਹੋਊਗਾ, ਠੀਕ ਆ। ਸੋ ਜਿਵੇਂ ਆਪਾਂ ਪਹਿਲਾਂ ਐਡਮਿਟਿੰਗ ਆ ਪਾਰਟਨਰ ਦੇ ਵਿੱਚ ਪੜ੍ਹਿਆ ਵਾ ਕਿ ਅਸੀਂ ਪਾਰਟਨਰ ਨੂੰ ਜਿਹੜਾ ਸ਼ੇਅਰ ਆ, ਪ੍ਰੋਫਿਟ ਦਾ ਹਿੱਸਾ ਵਾ, ਉਹ ਅੱਧਾ ਦਿੰਦੇ ਹਾਂ। ਬਟ ਇਹਦੇ ਵਿੱਚ ਅੱਧਾ ਹਿੱਸਾ ਦੇਣ ਦੀ ਲੋੜ ਨਹੀਂ, ਆਪਾਂ ਉਹਨੂੰ ਇੱਕ ਫਿਕਸਡ ਸੈਲਰੀ ਦੇਵਾਂਗੇ ਜਿਹੜੀ ਅਸੀਂ ਫਿਕਸ ਕਰ ਦਾਂਗੇ ਵੀ 5000 7000, ਠੀਕ ਆ, ਨਾ ਕਿ ਉਹਦੇ ਨਾਲ ਕੋਈ ਪ੍ਰੋਫਿਟ ਸ਼ੇਅਰ ਕਰਾਂਗੇ। ਨੈਕਸਟ ਦੇਖੋ ਇਹਦੇ ਵਿੱਚ if a partner is added then all the business profits are shared by both the partners। देखो ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਜੇ ਅਸੀਂ ਪਾਰਟਨਰ ਐਡ ਕਰਦੇ ਤਾਂ ਸਾਨੂੰ ਪ੍ਰੋਫਿਟ ਸ਼ੇਅਰ ਕਰਨਾ ਪੈਣਾ ਸੀਗਾ। then it is better to get the help of a paid employee instead of admitting a partner who will share the profit of the business। ਸੋ ਇਹ ਸਾਡੇ ਲਈ ਬੈਟਰ ਆ ਕਿ ਅਸੀਂ ਇੱਕ ਇੰਪਲੋਈ ਰੱਖ ਲਈਏ ਜਾਂ ਇੱਕ ਪਾਰਟਨਰ ਨੂੰ ਰੱਖਣ ਦੀ ਬਜਾਏ, ਮਤਲਬ ਇੱਕ ਪਾਰਟਨਰ ਨੂੰ ਐਡ ਕਰਨ ਦੀ ਬਜਾਏ ਅਸੀਂ ਇੱਕ ਕੰਮ ਕਰਨ ਵਾਲਾ ਪਰਸਨ ਰੱਖ ਲੈਂਦੇ ਹਾਂ, ਠੀਕ ਆ। ਅਦਰਵਾਈਜ਼ ਸਾਨੂੰ ਪ੍ਰੋਫਿਟ ਸ਼ੇਅਰ ਕਰਨਾ ਪੈਣਾ ਸੀ ਉਹਦੇ ਨਾਲ। ਸੈਕਿੰਡ ਐਡਵਾਂਟੇਜ ਦੇਖੋ, ਸ਼ਿਫਟਿੰਗ ਰਿਸਪੋਂਸਿਬਿਲਿਟੀ, ਮਤਲਬ ਅਸੀਂ ਆਪਦੀ ਜ਼ਿੰਮੇਵਾਰੀ ਦੇ ਸਕਦੇ ਹਾਂ ਆਪਦੇ ਸਰਵੈਂਟ ਨੂੰ। It becomes easy for a sole trader to shift some of his responsibilities to his servant who will work under the control of the trader। सो ये बहुत ईजी हो जाता एक सोल ट्रेडर ਲਈ ਕਿ ਉਹ ਆਪਦੀ ਜਿਹੜੀ ਜ਼ਿੰਮੇਵਾਰੀ ਉਹ ਆਪਦੇ ਸਰਵੈਂਟ ਨੂੰ ਦੇ ਦਿੰਦਾ ਤਾਂ ਕਿ ਜਿਹੜਾ ਉਹਦਾ ਵਰਕ ਆ ਉਹ ਚੰਗੀ ਤਰੀਕੇ ਨਾਲ ਕੰਟਰੋਲ ਹੋ ਸਕੇ, ਮਤਲਬ ਖੁਦ ਉਹ ਕੀ ਕਰ ਸਕਦਾ, ਫਿਰ ਹੋਰ ਕੰਮਾਂ ਵੱਲ ਧਿਆਨ ਦੇ ਸਕਦਾ, ਠੀਕ ਆ। ਨੈਕਸਟ ਹੈਗਾ ਵਾ ਰਿਟੇਨਿੰਗ ਬਿਜ਼ਨਸ ਸੀਕ੍ਰੇਟਸ। ਇਨ ਸਪਾਈਟ ਆਫ ਦਾ ਅਪੋਇੰਟਮੈਂਟ ਆਫ ਅ ਸਰਵੈਂਟ, sole trader is in a position to retain his business secrets। he is not required to share the trade secrets with his servant। देखो ਆਪਾਂ ਪਹਿਲਾਂ ਪੜ੍ਹਿਆ ਵਾ ਕਿ ਜੇ ਉਹ ਇੱਕ ਪਾਰਟਨਰ ਨੂੰ ਐਡ ਕਰਦਾ ਤਾਂ ਉਹਨੂੰ ਪਾਰਟਨਰ ਨੂੰ ਸਾਰੇ ਸੀਕ੍ਰੇਟਸ ਦੱਸਣੇ ਪੈਣਗੇ ਬਿਜ਼ਨਸ ਦੇ। ਬਟ ਜੇ ਹੁਣ ਉਹ ਇੱਕ ਸਰਵੈਂਟ ਨੂੰ ਰੱਖਦਾ ਵਾ ਤਾਂ ਉਹ ਇਸ ਸਿਚੁਏਸ਼ਨ 'ਚ ਹੁੰਦਾ ਇੱਕ ਸੋਲ ਟਰੇਡਰ ਕਿ ਆਪਦੇ ਬਿਜ਼ਨਸ ਦੇ ਸੀਕ੍ਰੇਟਸ ਨੂੰ ਆਪਦੇ ਕੋਲ ਰਿਟੇਨ ਕਰਕੇ ਰੱਖ ਸਕੇ, ਠੀਕ ਆ, ਮਤਲਬ ਉਹ ਕਿਸੇ ਨੂੰ ਦੱਸਣ ਦੀ ਉਹਨੂੰ ਜ਼ਰੂਰਤ ਨਹੀਂ ਹੈ। ਨੈਕਸਟ ਹੈਗਾ ਕੁਇਕ ਡਿਸੀਜ਼ਨਿੰਗ। A sole trader is the supreme judge of his business, so he is not required to consult his employee while taking any decision। ਹੁਣ ਦੇਖੋ ਵਰਕਰ ਰੱਖਿਆ ਉਹਨੇ ਇੱਕ ਕੰਮ 'ਤੇ ਤਾਂ ਵਰਕਰ ਨੂੰ ਤਾਂ ਪੁੱਛਣ ਦੀ ਲੋੜ ਨਹੀਂ ਕਿਸੇ ਵੀ ਫੈਸਲੇ ਲਈ, ਠੀਕ ਆ। ਸੋ ਦਸ ਦੇਅਰ ਵਿਲ ਨਾਟ ਬੀ ਐਨੀ ਡਿਲੇ ਇਨ ਡਿਸੀਜ਼ਨ ਮੇਕਿੰਗ। ਬਟ ਜੇ ਉਹਨੇ ਇੱਕ ਪਾਰਟਨਰ ਐਡ ਕੀਤਾ ਹੁੰਦਾ ਤਾਂ ਉਹਨੂੰ ਪੁੱਛਣਾ ਪੈਣਾ ਸੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ, ਪਰ ਇੱਥੇ ਉਹਨੂੰ ਕੁਛ ਵੀ ਪੁੱਛਣ ਦੀ ਜ਼ਰੂਰਤ ਨਹੀਂ ਹੈ। ਨੈਕਸਟ ਦੇਖੋ ਡਿਸਐਡਵਾਂਟੇਜਸ। ਨੋ ਇਨਕਰੀਜ਼ ਇਨ ਕੈਪੀਟਲ। ਹੁਣ ਦੇਖੋ ਆਪਾਂ ਪਹਿਲਾਂ ਪੜ੍ਹਿਆ ਕਿ ਸਾਨੂੰ ਇੱਕ ਸਰਵੈਂਟ ਰੱਖਣ ਦੇ ਕੀ ਫਾਇਦੇ ਆ, ਹੁਣ ਇੱਕ ਸਰਵੈਂਟ ਨੂੰ ਰੱਖਣ ਦੇ ਕੀ ਨੁਕਸਾਨ ਹੋ ਸਕਦੇ ਆ, ਉਹਨਾਂ 'ਚ ਫਸਟ ਵਨ ਹੈ ਨੋ ਇਨਕਰੀਜ਼ ਇਨ ਕੈਪੀਟਲ। ਹੁਣ ਇੱਕ ਵਰਕਰ ਆਪਣੇ ਕੋਲੇ ਕੰਮ 'ਤੇ ਆ ਰਿਹਾ ਵਾ ਤਾਂ ਉਹ ਸਾਨੂੰ ਪੈਸੇ ਤਾਂ ਨਹੀਂ ਦੇਊਗਾ, ਠੀਕ ਹੈ, ਨਾ ਹੀ ਉਹ ਆਪਣੇ ਨਾਲ ਕੋਈ ਕੈਪੀਟਲ ਲੈ ਕੇ ਆਊਗਾ। ਦ ਇੰਪਲੋਇਮੈਂਟ ਆਫ ਐਨ ਅਸਿਸਟੈਂਸ ਔਰ ਸਰਵੈਂਟ ਡਜ਼ ਨਾਟ ਹੈਲਪ ਇਨ ਬ੍ਰਿੰਗਿੰਗ ਐਡੀਸ਼ਨਲ ਕੈਪੀਟਲ ਟੂ ਦਾ ਬਿਜ਼ਨਸ। ਸੋ ਜੇ ਅਸੀਂ ਇੱਕ ਸਰਵੈਂਟ ਨੂੰ ਕੰਮ 'ਤੇ ਰੱਖਦੇ ਹਾਂ ਤਾਂ ਉਹ ਆਪਦੇ ਨਾਲ ਐਡੀਸ਼ਨਲ ਪੈਸਾ ਨਹੀਂ ਲੈ ਕੇ ਆਉਂਦਾ। ਇਟ ਵਿਲ ਆਲਸੋ ਨਾਟ ਹੈਲਪ ਇਨ ਗਰੋਥ ਐਂਡ ਐਕਸਪੈਂਸ਼ਨ ਆਫ ਦਾ ਬਿਜ਼ਨਸ। ਸੋ ਨਾ ਹੀ ਇਹਦੇ ਨਾਲ ਸਾਡਾ ਜਿਹੜਾ ਬਿਜ਼ਨਸ ਦੀ ਕੋਈ ਗਰੋਥ ਹੁੰਦੀ ਹੈ, ਨਾ ਹੀ ਐਕਸਪੈਂਸ਼ਨ ਹੁੰਦੀ ਆ।
प्रॉब्लम ऑफ सिलैक्टिंग अ परसन, सही परसन नूं चूज़ करने ਦੇ ਵਿੱਚ ਕਈ ਵਾਰ ਪ੍ਰੋਬਲਮ ਆਉਂਦੀ ਹੈ ਜਦੋਂ ਅਸੀਂ ਕੋਈ ਵਰਕਰ ਕੰਮ ਤੇ ਰੱਖਦੇ ਹਾਂ। ਇਟ ਇਜ਼ ਅ ਬਿਗ ਪ੍ਰੋਬਲਮ ਟੂ ਸਿਲੈਕਟ ਆ ਸੁਟੇਬਲ ਪਰਸਨ ਫॉर ਇੰਪਲੋਇਮੈਂਟ, ਮਤਲਬ ਕੰਮ ਦੇ ਲਈ ਅਸੀਂ ਇੱਕ ਸਹੀ ਪਰਸਨ ਚੁਣਨ ਦੇ ਵਿੱਚ ਵੀ ਸਾਨੂੰ ਬਹੁਤ ਵੱਡੀ ਪ੍ਰੋਬਲਮ ਆਉਂਦੀ ਆ। ਇਫ ਅ ਰੋਂਗ ਪਰਸਨ ਇਜ਼ ਸਿਲੈਕਟਡ ਬਾਈ ਮਿਸਟੇਕ ਦੈਨ ਇਟ ਵਿਲ ਕ੍ਰੀਏਟ ਅ ਪ੍ਰੋਬਲਮ ਇੰਸਟੈਡ ਆਫ ਸੋਲਵਿੰਗ ਇਟ। ਕਹਿੰਦੇ ਜੇ ਅਸੀਂ ਗਲਤੀ ਦੇ ਨਾਲ कोई यानी कि रोंग परसन चूज़ कर लीए आपदा एज अ सर्वेंट उन्होंने परसन नूं, तो ये ना साडी प्रॉब्लम सॉल्व होने की बजाय की हो जाएगी, साडे लिए तो प्रॉब्लम खड़ी हो जाएगी, ठीक है, क्रिएट हो जाएगी प्रॉब्लम। लैस इंटरस्ट, अ पेड एम्प्लॉई विल नॉट टेक एज मच इंटरस्ट एज द ओनर और सोल ट्रेडर हिमसैल्फ टेक्स। एक परसन आ उन्होंने आप पैसे ते रखा होया वा, ठीक है, आप उन्होंने सैलरी दिंदे आ, तो वो उन्ना इंटरस्ट नहीं लऊगा काम दे विच जिन्ना कि एक मालक ने जां एक ओनर ने लेना सीगा। ही विल नॉट बी इंटरस्टिड इन इंक्रीजिंग द प्रॉफिटेबिलिटी ऑफ द कंसर्न, मतलब बिजनेस का प्रॉफिट बढ़ाउण दे विच उहदा कोई भी यानी कि इंटरस्ट नहीं होगा ऑफ बिकॉज ही इज़ हैविंग नो शेयर इन द प्रॉफिट्स ऑफ द कंसर्न, क्योंकि उन्होंने बिजनेस के विच प्रॉफिट के विच कोई उन्होंने फायदा है ही नहीं, क्योंकि उन्होंने अपनी एक लिमिटेड एक फिक्सड सैलरी मिलनी है। Next है fear of competition. Generally it is seen that servants start up their own business after knowing the tricks of the trade. ਹੁਣ ਜਿਹੜੇ ਪਰਸਨ ਨੂੰ ਆਪਾਂ ਕੰਮ ਤੇ ਰੱਖ ਲਿਆ, ਠੀਕ ਆ, ਆਪਾਂ ਉਹਨੂੰ ਸੈਲਰੀ ਦੇ ਰਹੇ ਹਾਂ, ਹੌਲੀ ਹੌਲੀ ਉਹਨੂੰ ਉਹ ਬਿਜ਼ਨਸ ਆਉਣ ਲੱਗ ਜੂਗਾ, ਠੀਕ ਆ। ਜਦੋਂ ਬਿਜ਼ਨਸ ਆਉਣ ਲੱਗ ਗਿਆ ਉਹ ਕੀ ਕਰੂਗਾ, ਉਹ ਆਪਦਾ ਬਿਜ਼ਨਸ ਅਲੱਗ ਤੋਂ ਖੋਲੂਗਾ। ਸੋ ਇਹਦੇ ਨਾਲ ਕੀ ਹੋ ਗਿਆ, ਸਾਨੂੰ ਹੀ ਕੰਪੀਟੀਸ਼ਨ ਦਾ यानी कि हो जूगा, फीयर हो जूगा, डर हो जूगा कि साडा कंपीटीटर ना बन जाए किते हो, ठीक है। बिकॉज ऑफ दिस फीयर ऑफ कंपीटीशन सोल प्रोपराइटर डज नॉट टेक इंटरस्ट इन अपॉइंटिंग अ सर्वेंट। सो इसे कारण करके, इस फीयर करके कि मेरा वो कंपीटीटर ना बन जाए किते सेम बिजनेस ना खोल लवे, ठीक है, एक सोल प्रोपराइटर की करता वा, अपॉइंट ही नहीं करता सर्वेंट नूं। हुण देखो कोई भी क्वेश्चन आ कंक्लूजन तो बिना वो कंप्लीट नहीं हुंदा। इंपॉर्टेंटली ਜਿਹੜੇ ਇਸ ਤਰ੍ਹਾਂ ਦੇ ਕੁਐਸਚਨ ਹੁੰਦੇ ਆ ਜਿਹਦੇ ਵਿੱਚ ਆਪਾਂ ਦੱਸਣਾ ਹੁੰਦਾ ਹਰ ਇੱਕ ਦੀ ਐਡਵਾਂਟੇजेस ਡਿਸਐਡਵਾਂਟੇਜ ਐਂਡ ਤੇ ਆਪਾਂ ਕਨਕਲੂਡ ਕਰਨਾ ਹੁੰਦਾ, ਮਤਲਬ ਰਿਜ਼ਲਟ ਕੱਢਣਾ ਹੁੰਦਾ। ਸੋ ਇਹਦੇ ਵਿੱਚ ਆਪਾਂ ਇਹ ਨਹੀਂ ਦੱਸਣਾ ਵੀ ਆਹ ਚੀਜ਼ ਸਹੀ ਹੈ ਜਾਂ ਗਲਤ ਹੈ, ਇਹਦੇ ਵਿੱਚ ਦੋਨੇ ਕੇਸ ਨੀਚੇ ਲਿਖ ਦੇਣੇ ਹੁੰਦੇ ਆ। ਫॉर द एक्सपेंशन एंड ग्रोथ ऑफ द बिजनेस अ सोल प्रोपराइटर हैज़ टू चूज़ ईदर ऑफ द टू अल्टरनेटिव्स, मतलब दोनों ਦੇ ਵਿੱਚੋਂ ਇੱਕ ਤਰੀਕਾ मतलब चूज़ करना पैंदा, ਜਾਂ ਉਹ ਵਾਲਾ ਜਾਂ ਦੂਜਾ ਵਾਲਾ, ठीक है। ਕਿਹੜੇ ਕਿਹੜੇ ਸੀ ਉਹ ਬਿਜ਼ਨਸ ਦੀ ਗਰੋਥ ਜਾਂ ਐਕਸਪੈਂਸ਼ਨ ਦੇ ਤਰੀਕੇ, ਐਡਮਿਟਿੰਗ ਅ ਪਾਰਟਨਰ ਔਰ ਅਪॉइंटिंग अ ਸਰਵੈਂਟ, ਜਾਂ ਤਾਂ ਪਾਰਟਨਰ ਐਡ ਕਰ ਸਕਦਾ ਜਾਂ ਇੱਕ ਸਰਵੈਂਟ ਰੱਖ ਸਕਦਾ। ਇਫ ਦ ਸੋਲ ਟ੍ਰੇਡਰ ਹੈਜ਼ ਐਡਿਕੁਏਟ ਫੰਡਸ ਬਟ ਇਟ ਰਿਕੁਆਇਰਸ द सर्विसेज ऑफ सम एडिशनल पर्सन दैन अपॉइंटिंग अ सर्वेंट विल बी बेस्ट। ਹੁਣ ਦੇਖੋ ਇੱਕ ਸੋਲ ਪ੍ਰੋਪਰਾਈਟਰ ਉਹਦੇ ਕੋਲ ਪੈਸਾ ਹੈਗਾ ਵਾ ਕਾਫੀ, ਮਤਲਬ ਉਹਨੂੰ ਹੋਰ ਪੈਸੇ ਦੀ ਜ਼ਰੂਰਤ ਨਹੀਂ ਹੈ, ਬਟ ਉਹਨੂੰ ਆਪਦੀ ਐਡੀਸ਼ਨਲ ਹੈਲਪ ਲਈ ਕੋਈ ਪਰਸਨ ਚਾਹੀਦਾ ਤਾਂ ਉਹ ਇੱਕ ਸਰਵੈਂਟ ਨੂੰ अपॉइंट कर सकता, ये ਉਹਦੇ ਲਈ बेस्ट ऑप्शन होगा। इन केस मोर कैपिटल एंड persons are required for the expansion of business then admitting a partner will be appropriate। ਹੁਣ ਜੇ ਸਾਨੂੰ ਪੈਸੇ ਦੀ ਵੀ ਜ਼ਰੂਰਤ ਆ ਵੀ ਨਾਲ ਕੋਈ ਪਰਸਨ ਵੀ ਐਡ ਹੋ ਜੇ ਤੇ ਵੱਧ ਬਿਜ਼ਨਸ ਦੇ ਵਿੱਚ ਪੈਸਾ ਵੀ ਆ ਜੇ ਤਾਂ ਕਿ ਅਸੀਂ ਹੋਰ ਐਕਸਪੈਂਡ ਕਰ ਸਕੀਏ ਤਾਂ ਇੱਕ ਅਸੀਂ ਪਾਰਟਨਰ ਨੂੰ ਐਡ ਕਰ ਸਕਦੇ ਹਾਂ, ਠੀਕ ਆ। ਅੱਜ ਲਈ ਬੇਟਾ ਇੰਨਾ ਹੀ। ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਕਸਟ ਨਿਊ ਜਿਹੜਾ ਚੈਪਟਰ ਆ ਉਹ ਸਟਾਰਟ ਕਰਾਂਗੇ। ਥੈਂਕ ਯੂ।